ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਸਰਦਾਰ ਹਰਿੰਦਰ ਸਿੰਘ ਨਾਲ ਗੱਲਬਾਤ ਚੱਲ ਰਹੀ ਆ, ਉਸ ਵਿੱਚ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਕਿ ਨਗਰ ਕੀਰਤਨ ਵਿੱਚ ਜਿਹੜੀਆਂ ਕੁਝ ਕਮੀਆਂ ਨਜ਼ਰ ਆ ਰਹੀਆਂ ਨੇ ਉਸ ਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਹਾਂ, ਤੇ ਕੀ ਇਹ ਸਿਰਫ ਰੋਲ ਪ੍ਰਬੰਧਕ ਦਾ ਹੈ ਕਿ ਅਸੀਂ ਜਦੋਂ ਉੱਥੇ ਪਾਰਟਿਸਿਪੈਂਟ ਵਜੋਂ ਜਾਂਦੇ ਹਾਂ ਅਸੀਂ ਕੀ ਰੋਲ ਨਿਭਾਉਂਦੇ ਹਾਂ ਤੇ ਕਿਸ ਤਰੀਕੇ ਨਾਲ ਇਹ ਮਾਨਸਿਕਤਾ ਦੇ ਵਿੱਚ ਚੇਂਜ ਆਵੇ, ਇਸ ਬਾਰੇ ਆਓ ਕੁਝ ਹੋਰ ਗੱਲਬਾਤ ਕਰਦੇ ਹਾਂ ਜੀ। ਸੋ ਬ੍ਰੇਕ ਤੋਂ ਪਹਿਲਾਂ ਜਿਹੜਾ ਤੁਸੀਂ ਡਾਕਟਰਨ ਦੀ ਗੱਲ ਕਰ ਰਹੇ ਸੀ, ਨਾਸ਼ ਡਾਕਟਰਨ ਦੀ, ਇਹਨੂੰ ਕਿਵੇਂ ਉਜਾਗਰ ਕੀਤਾ ਜਾ ਸਕਦਾ ਹੈ ਹੋਰ, ਤਾਂ ਕਿ ਕੁਝ ਇਸ ਪਾਸੇ ਵੀ ਧਿਆਨ ਜਾਵੇ ਥੋੜਾ ਜਿਹਾ। ਬਹੁਤ ਵਧੀਆ ਗੱਲ ਹੈ, ਮੇਲ ਮਿਲਾਪ ਵੀ ਹੋਵੇ, ਸੋਸ਼ਲਾਈਜ਼ਿੰਗ ਵੀ ਹੋਵੇ, ਪਰ ਜਿਸ ਮਕਸਦ ਨਾਲ ਅਸੀਂ ਇਕੱਠੇ ਹੋ ਰਹੇ ਹਾਂ ਉਹਨੂੰ ਤਾਂ ਨਾ ਅਸੀਂ ਭੁੱਲ ਜਾਈਏ। ਸੋ ਪਾਰਟਿਸਿਪੈਂਟਸ ਤੇ ਗੱਲ ਆ ਜਾਂਦੀ ਹੈ ਇੱਥੇ ਸਾਡੇ ਲਈ, ਜਿਹੜਾ ਆਪਾਂ ਕਹਿੰਦੇ 2 ਲੱਖ ਦੇ ਕਰੀਬ ਬੰਦਾ ਰਹਿੰਦਾ ਜੀ, ਇਹ ਸਾਨੂੰ ਸਾਰਿਆਂ ਨੂੰ ਦੁਬਾਰਾ ਆਪਣੇ ਮਨਾਂ ਵਿੱਚ, ਆਪਣੀ ਸਾਈਕੀ ਦੇ ਵਿੱਚ, ਆਪਣੇ ਦਿਲਾਂ ਦੇ ਵਿੱਚ ਇਸ ਪੁਨਰ ਸੁਰਜੀਤ ਕਰਨ ਵਾਲਾ ਕੰਮ ਹੈਗਾ ਕਿ ਖਾਲਸੇ ਦਾ ਮਕਸਦ ਕੀ ਸੀ। ਦੇਖੋ, ਪੰਜਾਬ ਦੇ ਵਿੱਚੋਂ ਇੱਕ ਵੋਲੰਟੀਅਰ ਉੱਠਿਆ ਸੀ, ਬਾਕੀ 4 ਵੋਲੰਟੀਅਰ ਟ੍ਰਾਂਸਨੈਸ਼ਨਲ ਉੱਠੇ ਸੀਗੇ। ਉਹਨਾਂ ਦੇ ਨਾਂ ਵਿੱਚ ਇਸ ਤਰ੍ਹਾਂ ਹੀ ਬਾਰਡਰ ਹੁੰਦੇ ਸੀ, ਕੋਈ ਕਿਤੋਂ ਉੱਠਿਆ, ਕੋਈ ਕਿਤੋਂ ਉੱਠਿਆ, ਪੂਰੇ ਸਾਊਥ ਏਸ਼ੀਆ ਚੋਂ ਬੰਦੇ ਉੱਠ ਕੇ ਆਏ ਤੇ ਕਿਸੇ ਦਾ ਬੈਕਗਰਾਊਂਡ ਨਹੀਂ ਦੇਖਿਆ ਗਿਆ। ਅਸੀਂ ਇਹ ਜਿਹੜੀ ਸਪਿਰਿਟ ਆਫ ਵੋਲੰਟੀਅਰਿਜ਼ਮ ਆ ਫॉर ਕ੍ਰੀਏਟਿੰਗ ਐਗੈਲੀਟੇਰੀਅਨ ਸੋਸਾਇਟੀ, ਇਹਦੇ ਵੱਲ ਧਿਆਨ ਦੇਈਏ ਕਿ ਇਕੁਅਲ ਡਿਗਨਿਟੀ, ਰਿਸਪੈਕਟ ਨਾਲ ਕਿਵੇਂ ਬੰਦੇ ਨੂੰ ਟਰੀਟ ਕਰਨਾ, ਸੋਸ਼ਲ ਲੈਵਲ ਤੇ ਜਦ ਆਪਣੇ ਲੈਵਲ ਇਕਨੋਮਿਕ ਤੇ ਪੋਲੀਟੀਕਲ ਰਾਈਟਸ ਲਈ ਅਸੀਂ ਲੋਕਾਂ ਦੇ ਕਿਵੇਂ ਲੜਨਾ, ਇਹਦੇ ਚੀਜ਼ਾਂ ਵੱਲ, ਇਹਨਾਂ ਵੱਲ ਧਿਆਨ ਦੇਣ ਦੀ ਲੋੜ ਆ। ਹੁਣ ਇਹਦੇ ਤਰੀਕੇ ਨੇ, ਦੇਖੋ ਕੋਈ ਜੇ ਸਿਰਫ ਉੱਥੇ ਚੰਗਾ ਫੂਡ ਖਾਣੀ ਆ ਰਿਹਾ, ਆਈ ਡੋਂਟ ਥਿੰਕ ਵੀ ਸ਼ੁੱਡ ਗੈਟ ਟੂ ਅਪਸੈਟ। ਇਹ ਵੀ ਸਾਡਾ ਟ੍ਰੈਡੀਸ਼ਨ ਆ, ਅਸੀਂ ਨਹੀਂ ਕਿਸੇ ਨੂੰ ਪੁੱਛਦੇ ਸੀ ਲੰਗਰ ਕਿਉਂ ਖਾਣ ਆ ਰਿਹਾ, ਅਸੀਂ ਕਿਹਾ ਖੁੱਲਾ। ਹੁਣ ਇਹਦੇ ਵਿੱਚ ਦੇਖੋ ਕੋਈ ਵੀ ਜਦ ਕੰਮ ਹੋ ਰਿਹਾ ਹੁੰਦਾ, ਇਨਕਲੂਡਿੰਗ ਸੈਲੀਬ੍ਰੇਸ਼ਨ, ਤੁਸੀਂ ਕਿਸੇ ਦੇ ਵਿਆਹ ਸ਼ਾਦੀ ਤੇ ਵੀ ਚਲੋ ਜਾਓ ਨਾ, ਕੋਈ ਪੰਗੇ ਲੈਣ ਵਾਲੇ ਵੀ ਬੈਠੇ ਹੁੰਦੇ ਨੇ ਕਿ ਇਹਨਾਂ ਨੇ ਦੱਬ ਕੇ ਪੀਣੀ ਵੀ ਹੁੰਦੀ ਆ, ਤੇ ਕਿਸੇ ਨੇ ਕੋਈ ਇੱਕ ਸੈਰੇਮਨੀ ਚੰਗੀ ਦੇਖਣ ਆਏ ਹੁੰਦੇ ਨੇ, ਕਈ ਇਸੇ ਕਰਕੇ ਆਏ ਹੁੰਦੇ ਨੇ ਕਿਉਂਕਿ ਇਹ ਤੁਹਾਡੇ ਗੁੱਡ ਫਰੈਂਡਸ ਨੇ। ਇਹ ਇੱਦਾਂ ਹੀ, ਇਹ ਮੂਵਮੈਂਟ ਐਂ ਚੱਲਦੇ ਨੇ, ਇਹ ਸੈਲੀਬ੍ਰੇਸ਼ਨਸ ਵੀ ਐਂ ਹੁੰਦੀਆਂ ਨੇ। ਮਕਸਦ ਇਹ ਹੋ ਜਾਂਦਾ ਕਿ ਜਿਹੜੇ 15-20% ਬੰਦੇ ਸਮਝਦੇ ਨੇ ਕਿ ਇਹਦਾ ਓਰੀਜਨਲ ਇੰਸਪੀਰੇਸ਼ਨ ਕੀ ਸੀ, ਉਹ ਇਹਨਾਂ ਚੀਜ਼ਾਂ ਵੱਲ ਤਵੱਜੋ ਜ਼ਰੂਰ ਦਿਵਾਉਣ। ਅਸੀਂ ਕਿਸੇ ਤੋਂ ਡਿਮਾਂਡ ਨਹੀਂ ਕਰਨਾ। ਈਵਨ ਖਾਲਸੇ ਦੇ ਜਿਹੜਾ ਦਿਹਾੜਾ ਪਹਿਲਾ ਦਿਨ ਆਇਆ ਸੀਗਾ 1699 ਵਿੱਚ, ਗੁਰੂ ਸਾਹਿਬ ਨੇ ਕਿਸੇ ਨੂੰ ਅਨਫੋਰਸ ਨਹੀਂ ਕਰਾਇਆ, ਬਿਲਕੁਲ ਵੋਲੰਟੀਅਰਿਜ਼ਮ ਦੇ ਲੈਵਲ ਤੇ ਲੈ ਕੇ ਗਏ ਨੇ। ਸੋ ਆਈ ਥਿੰਕ ਵੀ ਵਿਲ ਕਮ ਬੈਕ ਟੂ ਦੈਟ ਕਿ ਕੈਨੇਡੀਅਨ ਇਸ਼ੂਜ਼, ਪੰਜਾਬ ਇਸ਼ੂਜ਼, ਸਿੱਖ ਇਸ਼ੂਜ਼ ਤੇ ਆਪਾਂ ਗੱਲਾਂ ਤਵੱਜੋ ਦੇਣ ਦੀ, ਲੋਕਲ ਇਸ਼ੂਜ਼ ਐਜ਼ ਵੈਲ ਐਜ਼ ਜਿਹੜੀਆਂ ਫੋਰਨ ਪੋਲਿਸੀਜ਼ ਦੇ ਇਸ਼ੂਜ਼ ਨੇ ਉਹਦੇ ਵੱਲ ਸਾਨੂੰ ਤਵੱਜੋ ਦੇਣ। ਫੋਰ ਐਗਜ਼ਾਮਪਲ ਇਨਵਾਇਰਮੈਂਟਲਿਜ਼ਮ ਇਜ਼ ਸੱਚ ਅ ਬਿਗ ਥਿੰਗ। ਅਸੀਂ ਉਦਣ ਜਿਹੜੀਆਂ ਰੋਟੀ ਪਾਣੀ ਛਕਾ ਰਹੇ ਹਾਂ, ਅਸੀਂ ਥੋੜੀ ਜਿਹੀ ਤਵੱਜੋ ਦਈਏ ਕਿ ਕਿਹੜੇ ਪ੍ਰੋਡਕਟ ਯੂਜ਼ ਕਰ ਰਹੇ ਹਾਂ। ਅਦਰਵਾਈਜ਼ ਸਾਡਾ ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਾਤਾ ਦਾ ਕੋਈ ਫਾਇਦਾ ਨਹੀਂ ਰਹਿ ਗਿਆ। ਉਦਣ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਵਰਲਡ ਵਾਈਡ ਬੈਠੇ ਨੇ, ਜਿਹੜਾ ਟੌਰਚਰ ਵਰਲਡ ਵਾਈਡ ਹੋ ਰਿਹਾ, ਉਹਦੀਆਂ ਵੀ ਗੱਲਾਂ ਕਰੀਏ। ਸਿੱਖ ਇਸ਼ੂਜ਼ ਦੇ ਨਾਲ ਜੋ ਮਾਓਇਸਟਸ ਨਾਲ ਹੋ ਰਿਹਾ, ਤਮਿਲਸ ਨੇ, ਮੈਂ ਇੱਥੇ ਗੱਲ ਕਰ ਲੈਂਦਾ, ਪਿਛਲੇ ਹਫ਼ਤੇ ਹੀ ਇੱਕ ਸੋਲੀਡੈਰਿਟੀ ਮੂਵਮੈਂਟ ਦੇ ਐਂਗਲ ਤੋਂ ਦੱਸਿਆ ਕਿ ਅਸੀਂ ਭੁੱਲਰ ਦੀ ਖਾਂਸੀ ਦੇ ਕਿਉਂ ਖਿਲਾਫ ਹਾਂ। ਸਾਨੂੰ ਵੀ ਇਹ ਕਰਨਾ ਪੈਣਾ ਕਿ ਜਿਹੜੇ ਪਿਛਲੇ ਹਫ਼ਤੇ ਨਾਰਥਰਨ ਓਨਟਾਰੀਓ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈ ਫਰਸਟ ਨੇਸ਼ਨ ਦੀ ਟ੍ਰਾਈਬ ਦੇ ਵਿੱਚ, ਸਾਨੂੰ ਉਹ ਵੀ ਗੱਲ ਕਰਨੀ ਪਊਗੀ। ਸੋ ਆਈ ਥਿੰਕ ਇਹ ਕੰਮ ਹੋ ਰਹੇ ਨੇ। ਫਰਸਟ ਜਨਰੇਸ਼ਨ 1.5 ਜਨਰੇਸ਼ਨ ਜਿਹੜੀ ਆ ਉਹ ਇਹਦੇ ਵੱਲ ਹੌਲੀ ਹੌਲੀ ਤਵੱਜੋ ਦੇ ਰਹੀ ਆ, ਸੈਕਿੰਡ ਤੇ ਥਰਡ ਜਨਰੇਸ਼ਨ ਨੇ ਕੰਮ ਸ਼ੁਰੂ ਕਰਤੇ ਨੇ। ਸਾਨੂੰ ਇਹ ਜਿਹੜਾ ਇੱਕ ਪਾਰਟੀ ਦਾ ਮਾਹੌਲ ਆ ਉਹਨੂੰ ਬਰਕਰਾਰ ਰੱਖਦੇ ਹੋਏ ਇੱਕ ਹਾਇਰ ਪਰਪਸ, ਇੱਕ ਪਰਪਸਫੁਲ ਨਾਲ ਲਿਜਾਣ ਦੀ, ਇਹਦੇ ਵੱਲ ਤਵੱਜੋ ਦੇਣ ਦੀ। ਮਤਲਬ ਇੱਕ ਚੀਜ਼ ਕਲੈਰੀਫਾਈ ਕਰਨੀ ਪਏਗੀ ਕਿ ਇਜ਼ ਇਟ ਅ ਮੇਲਾ ਔਰ ਇਜ਼ ਇਟ ਖਾਲਸਾ ਡੇ ਪਰੇਡ, ਕਿਉਂਕਿ ਇਹਦੇ ਤੇ ਵਿੱਚ ਵੀ ਸਾਨੂੰ ਸੈਗਰੀਗੇਟ ਕਰਨੀ ਪੈਣੀ, ਲਾਈਨ ਡਰਾ ਕਰਨੀ ਪੈਣੀ, ਕਿਉਂਕਿ ਜੇਕਰ ਆਰਗੇਨਾਈਜ਼ਰਸ ਕਹਿੰਦੇ ਨੇ ਇਸ ਨੂੰ ਅਸੀਂ ਸਿਰਫ ਖਾਲਸਾ ਡੇ ਪਰੇਡ ਤੱਕ ਹੀ ਸੀਮਿਤ ਕਰਨਾ ਹੈ ਤਾਂ ਫਿਰ ਜਿਹੜੇ ਕਲਚਰਲ ਐਕਟੀਵਿਟੀਜ਼ ਨੇ ਸ਼ਾਇਦ ਉਸ ਨੂੰ ਚੇਂਜ ਕਰਨਾ ਪਏਗਾ, ਤੇ ਜੇ ਇਸ ਨੂੰ ਮੇਲੇ ਦੀ ਦੇਖ ਦੇਣੀ ਤੇ ਹਰ ਚੀਜ਼ ਚੱਲਣੀ ਪਏਗੀ। ਕਿਉਂਕਿ ਹੁਣ ਜਿਹੜੀ ਇੱਕ ਹੋਰ ਸੈਗਰੀਗੇਸ਼ਨ ਹੋ ਰਹੀ ਹੈ, ਕੁਝ ਲੋਕ ਇਸ ਦੀ ਵਿਰੋਧ ਕਰ ਰਹੇ ਨੇ। ਜਦੋਂ ਇਹ ਸਟੇਟਮੈਂਟ ਆਈ ਕਿ ਜੀ ਇਹ ਸਾਰੇ ਗੁਰਦੁਆਰਿਆਂ ਕਮੇਟੀਜ਼ ਨੇ ਇੱਥੇ ਇਹ ਫੈਸਲਾ ਕੀਤਾ ਕਿ ਬੇਨਤੀ ਕੀਤੀ ਸਭ ਨੂੰ, ਅਗੇਨ ਐਜ਼ ਯੂ ਸੈਡ ਇਨਫੋਰਸ ਨਹੀਂ ਕੀਤਾ ਜਾ ਸਕਦਾ, ਬੇਨਤੀ ਕੀਤੀ ਜਾ ਸਕਦੀ ਹੈ ਕਿ ਸਟੇਜਸ ਦੇ ਉੱਤੇ ਤੁਸੀਂ ਕਲਚਰਲ ਪਰਫਾਰਮੈਂਸਿਸ ਨਾ ਕਰੋ, ਸਿੱਖੀ ਜੋ ਸਾਡੀ ਸੋਚ ਹੈ ਉਸ ਨੂੰ ਉਜਾਗਰ ਕਰੋ। ਸੋ ਗੱਲ ਇਸ ਤਰ੍ਹਾਂ ਦੀ ਹੈਗੀ ਜੀ, ਇਹ ਨਾ ਲੋਕਲ ਡਿਸੀਜਨਸ ਨੇ, ਰਾਈਟ। ਇਹ ਇਸ ਵੇਲੇ ਜੇ ਸਰੀ ਦੇ ਵਿੱਚ ਇੰਨੇ ਬੰਦੇ ਹੋਣਗੇ ਨੇ, ਇੱਥੇ ਹੋਰ ਓਪਰਚੁਨਿਟੀਜ਼ ਵਿਸਾਖੀ ਦੇ ਮੇਲਿਆਂ ਦੀ ਆ ਰਹੀ ਆ, ਮੇਬੀ ਦੈਟਸ ਹਾਊ ਦੇ ਨੀਡ ਟੂ ਡੂ ਇਟ, ਬਟ ਇਹ ਲੋਕਲ ਕਮਿਊਨਿਟੀਜ਼ ਨੇ ਡਿਸਾਈਡ ਕਰਨਾ। ਦੇਖੋ ਜਿੱਥੇ ਇੱਕ ਛੋਟੇ ਸ਼ਹਿਰ ਵਿੱਚ ਕੋਈ ਰਹਿ ਰਿਹਾ, ਉੱਥੇ ਉਹਦੇ ਕੋਲ ਇੱਕੋ ਦਿਨ ਆ ਸਭ ਕੁਝ ਕਰਨ ਦਾ। ਸਾਨੂੰ ਕਲਚਰ ਤੇ ਰਿਲੀਜਨ ਦਾ ਡਿਵੋਰਸ ਕਰਨ ਨਾਲ ਕੋਈ ਬੜਾ ਫਾਇਦਾ ਨਹੀਂ ਹੋਣਾ, ਇਹਦੇ ਨਾਲ ਪ੍ਰੋਬਲਮਸ ਹੀ ਆਉਂਦੀਆਂ ਨੇ। ਬਟ ਈਵਨ ਦੈਨ ਆਈ ਸੇ ਕਿ ਜਿੱਥੇ ਭਰਪੂਰ ਓਪਰਚੁਨਿਟੀਜ਼ ਨੇ ਉੱਥੇ ਇਹ ਵਧੀਆ ਗੱਲ ਹੁੰਦੀ ਹੈ ਕਿ ਜੇ ਤੁਸੀਂ ਪ੍ਰੋਗਰਾਮ ਦਾ ਇੱਕ ਸਪੈਸੀਫਿਕ ਏਜੰਡਾ ਰੱਖੋ। ਸੋ ਜੇ ਵੈਂਕੂਵਰ ਵਰਗੀ ਥਾਂ ਤੇ ਇੰਨੀਆਂ ਓਪਰਚੁਨਿਟੀਜ਼ ਆ ਰਹੀਆਂ ਨੇ, ਮੇ ਬੀ ਅਗੇਨ ਆਈ ਲੀਵ ਇਟ ਟੂ ਲੋਕਲ ਡਿਸੀਜਨ। ਨਿਊਯਾਰਕ ਨੇ ਕੀ ਕਰਨਾ, ਵੈਂਕੂਵਰ ਨੇ ਕੀ ਕਰਨਾ, ਉਹਨਾਂ ਦੇ ਆਪਣਾ ਡਿਸੀਜਨ ਆ। ਇੱਕ ਓਹਾਇਓ ਦੇ ਛੋਟੇ ਸ਼ਹਿਰ ਨੇ ਕੀ ਕਰਨਾ,
ਤੇ ਇੱਕ ਮੈਨੀਟੋਬਾ ਦੇ ਇੱਕ ਛੋਟੇ ਸ਼ਹਿਰ ਨੇ ਕੀ ਕਰਨਾ, ਇਹ ਉਹਨਾਂ ਦਾ ਆਪਣਾ ਡਿਸੀਜਨ ਆ ਜੀ। ਲੇਕਿਨ ਬਟ ਸਾਨੂੰ ਇਹ ਰੱਖਣ ਦੀ ਲੋੜ ਆ ਅਨਨੈਸੈਸਰੀ ਟੈਨਸ਼ਨਸ ਜਿਹੜੇ ਨੇ ਨਾ, ਉਹ ਨਾ ਛੋਟੀਆਂ ਗੱਲਾਂ ਵੱਲ ਅਸੀਂ ਨਾ ਜਾਈਏ, ਭਾਈਚਾਰੇ ਨੂੰ ਇਕੱਤਰ ਕਰਨਾ ਤੇ ਉੱਥੇ ਖਾਲਸੇ ਦੇ ਹਾਇਰ ਪਰਪਸ ਦੀ ਡਿਸਕਸ਼ਨ ਕਰਨੀ ਕਿ ਅਸੀਂ ਇਗੈਲਿਟੇਰੀਅਨ ਸੋਸਾਇਟੀ ਕਿਵੇਂ ਕਾਇਮ ਕਰਨੀ ਆ, ਅਸੀਂ ਜਿਹੜੀਆਂ ਰਿਲੀਜੀਅਸ ਤੇ ਪੋਲੀਟੀਕਲ ਡੋਮੀਨੇਟਿੰਗ ਫੋਰਸਿਸ ਨੇ ਉਹਨਾਂ ਨਾਲ ਕਿਵੇਂ ਐਡਰੈਸ ਕਰਨਾ, ਅਸੀਂ ਜਿਹੜਾ ਇੱਕ ਕਾਮਨ ਬੰਦੇ ਦੇ ਹੱਕ ਲਈ ਪਲੇਬੀਅਨ ਮਿਸ਼ਨ ਲਈ ਕਿਵੇਂ ਪੋਲੀਟੀਕਲ ਪਾਵਰ ਕੈਪਚਰ ਕਰਨੀ ਆ, ਇਹ ਗੱਲਾਂ ਉੱਥੇ ਜ਼ਰੂਰ ਹੋਣ। ਬਟ ਕੀ ਇਹ ਹੋ ਰਹੀਆਂ ਨੇ? ਅਗੇਨ ਦੈਟਸ ਅ ਸੈਪਰੇਟ ਕੁਐਸਚਨ। ਪਰ ਕਮਰਸ਼ਲਾਈਜੇਸ਼ਨ ਦੇ ਬਾਰੇ ਵੀ ਥੋੜੀ ਮੈਂ ਗੱਲ ਕਰਨਾ ਚਾਹੂੰਗਾ ਕਿ ਇਹ ਪਰੇਡਸ ਦੇ ਦੌਰਾਨ, ਮੇਲਿਆਂ ਦੇ ਦੌਰਾਨ ਹਰ ਇੱਕ ਵਪਾਰੀ ਜੋ ਹੈ ਸਮਝਦਾ ਹੈ ਕਿ ਇੱਕ ਬੜਾ ਸੋਹਣਾ ਮੌਕਾ ਹੈਗਾ ਜਿਹਦੇ ਵਿੱਚ ਕਿ ਉਹ ਆਪਣੇ ਬਿਜ਼ਨੈਸਿਸ ਨੂੰ ਪ੍ਰਮੋਟ ਕਰ ਸਕਦੇ ਨੇ, ਜਿੱਥੇ ਸਿਆਸਤਦਾਨ ਵੀ ਆਪਣੇ ਪ੍ਰਮੋਟ ਕਰ ਜਾਂਦੇ ਨੇ ਆਪਣੇ ਆਪ ਨੂੰ, ਬਿਜ਼ਨੈਸਿਸ ਵੀ ਪਿੱਛੇ ਨਹੀਂ ਰਹਿੰਦੇਗੇ। ਸੋ ਕੀ ਤੁਸੀਂ ਸਮਝਦੇ ਹੋ ਕਿ ਬਿਜ਼ਨੈਸਿਸ ਵੱਲੋਂ ਵੀ ਜਿਹੜਾ ਇਹ ਸਾਰਾ ਕੁਝ ਕਮਰਸ਼ਲਾਈਜ਼ ਐਂਗਲ ਦਿੱਤਾ ਜਾ ਰਿਹਾ ਇਸ ਨੂੰ, ਇਹ ਇੱਕ ਸਹੀ ਦਿਸ਼ਾ ਵੱਲ ਹੈ ਜਾਂ ਇਸ ਵੱਲ ਵੀ ਕੁਝ ਸਾਨੂੰ ਸੋਚਣ ਦੀ ਲੋੜ ਹੈ? ਮੈਂ ਇੱਥੇ ਕਹਾਂਗਾ, ਦੇਖੋ ਜੀ, ਇਹ ਹਰੇਕ ਚੀਜ਼ 'ਚ ਹੋ ਰਿਹਾ। I think everyone knows the answer to this. The bigger thing is, ਮੈਂ ਇਹ ਕਹਿ ਰਿਹਾ ਕਿ ਜੇ ਸਾਡਾ ਫੋਕਸ ਆਈਡੀਅਲਸ ਵੱਲ ਜ਼ਰੂਰ ਜਾਵੇ, ਉਹਦੀ ਘੱਟ ਤੋਂ ਘੱਟ ਗੱਲ ਹੋਵੇ, ਤੇ ਬਾਕੀ ਸਾਰੀਆਂ ਚੀਜ਼ਾਂ ਇੰਡੀਵਿਜੂਅਲ ਦੇ ਉੱਤੇ ਆ ਜਾਂਦੀਆਂ ਨੇ। ਇੰਡੀਵਿਜੂਅਲ ਨੇ ਇੱਕ ਕੌਨਸ਼ੀਅਸ ਡਿਸੀਜਨ ਵੀ ਲੈਣਾ ਹੁੰਦਾ ਕਿ ਮੈਂ ਕਿਸ ਲੈਵਲ ਤੱਕ ਪਾਰਟਿਸਿਪੇਟ ਕਰ ਸਕਦਾ। ਦੇਖੋ, everyone cannot become ਬਲਤੇਜ ਸਿੰਘ ਢਿੱਲੋਂ ਔਰ ਹਰਜੀਤ ਸਿੰਘ ਸੱਜਣ। ਮੈਂ ਜਾਣ ਕੇ ਐਗਜ਼ਾਮਪਲ ਯੂਜ਼ ਕਰ ਰਿਹਾ, ਇੱਕ ਲੈਫਟੀਨੈਂਟ ਕਰਨਲ ਆ, ਕੋਈ ਟਿਮੋਪਲ ਬਣੂਗਾ, ਕੋਈ ਧਾਲੀਵਾਲ ਬਣੂਗਾ, ਕੋਈ ਐਨਡੀਪੀ ਦਾ ਲੀਡਰ ਬਣ ਜਾਊਗਾ, ਕੋਈ ਸਕੂਲ ਬੋਰਡ ਦੇ ਵਿੱਚ ਟੀਚਰ ਲੱਗ ਜਾਊਗਾ। ਇਹ ਤਾਂ ਹਰੇਕ ਨੇ, ਕੋਈ ਤੁਹਾਡੇ ਵਾਂਗੂ ਮੀਡੀਆ ਦੀ ਪਰਸਨੈਲਿਟੀ ਬਣ ਜਾਊ। ਗੱਲ ਇਹ ਹੈ ਕਿ ਜਿਸ ਵੀ ਕਿਸੇ ਰੋਲ ਵਿੱਚ ਕੋਈ ਬੈਠਾ, ਉਹ ਸਾਰੇ ਇਨਕੰਪਲੀਟ ਨੇ ਐਜ਼ ਅ ਇੰਡੀਵਿਜੂਅਲਸ, ਬਟ ਉਹ ਘੱਟ ਤੋਂ ਘੱਟ ਉਸ ਦਿਨ ਦੀ ਜਿਹੜੀ ਓਰੀਜਨਲ ਇੰਪਟਸ ਹੈਗੀ ਉਹਦੀ ਜ਼ਰੂਰ ਗੱਲ ਕਰਨ। ਕਈਆਂ ਨੇ ਵਪਾਰੀਕਰਨ ਕਰਨਾ, ਸਾਡੇ ਗੁਰਦੁਆਰਿਆਂ ਵਿੱਚ ਵੀ ਵਪਾਰੀਕਰਨ ਹੋ ਰਿਹਾ, ਸਾਡੇ ਡੇਰਿਆਂ ਵਿੱਚ ਵੀ ਵਪਾਰੀਕਰਨ ਹੋ ਰਿਹਾ, ਸਾਡੇ ਪੋਲੀਟੀਕਲ ਸਿਆਸਤਦਾਨਾਂ ਵਿੱਚ ਵੀ ਵਪਾਰੀਕਰਨ ਹੋ ਰਿਹਾ, ਇਹ ਤਾਂ ਹਰ ਥਾਂ ਤੇ ਹੋ ਰਿਹਾ। ਉਹਦੇ ਹੋਣ ਦੇ ਬਾਵਜੂਦ ਵੀ ਸਾਰਿਆਂ ਦੀ ਕੋਸ਼ਿਸ਼ ਲੱਗੀ ਹੁੰਦੀ ਹੈ ਕਿ ਥੋੜੀ ਬਹੁਤ ਗੱਲ, ਜਿਵੇਂ ਜਿਵੇਂ ਪੋਲੀਟੀਕਲ ਕੌਨਸ਼ੀਅਸਨੈਸ ਡਿਵੈਲਪ ਹੋਊਗੀ ਆਮ ਬੰਦੇ ਦੀ, ਉਨਾ ਹੀ ਜ਼ਿਆਦਾ ਫਿਰ ਅਸੀਂ ਇੱਕ ਪ੍ਰੋਪਰ ਗੱਲ ਕਰਨ ਜੋਗੇ ਬਣ ਸਕਾਂਗੇ। ਸਾਨੂੰ ਇਹ ਜਿਹੜੀਆਂ ਨੋਇਜ਼ਸ ਨੇ ਨਾ, ਇਹਦੇ ਪ੍ਰਤੀ ਆਪਣੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ, ਬਟ ਉਹਨਾਂ ਨੂੰ ਇੱਕ ਮੇਨ ਮੁੱਦਾ ਬਣਾਉਣ ਨਾਲ ਵੀ ਸਾਡਾ ਕੋਈ ਫਾਇਦਾ ਨਹੀਂ ਹੋਊਗਾ। ਸੋ ਫੋਕਸ ਦੀ ਜਦੋਂ ਗੱਲ ਕਰਦੇ ਯੰਗਸਟਰਸ ਨੂੰ ਥੋੜਾ ਜਿਹਾ ਟੱਚ ਕਰ ਲਈਏ ਕਿ ਯੰਗਸਟਰਸ ਦੇ ਵਿੱਚ ਜਿਹੜਾ ਇਹ ਦਿਨ ਦੀ ਮਹੱਤਤਾ ਹੈਗੀ ਹੈ, ਕਿ ਉਹਨਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਅਸੀਂ ਦੱਸਣ ਵਿੱਚ ਕਾਮਯਾਬ ਹੋ ਰਹੇ ਹਾਂ, ਕਿ ਉਹਨਾਂ ਨੂੰ ਇਨਵੋਲਵ ਕਰਨ ਦੀ ਜਿਹੜੀ ਇਹ ਸੋਸ਼ਲ ਕੌਨਸ਼ੀਅਸਨੈਸ ਦੀ ਤੁਸੀਂ ਗੱਲ ਕੀਤੀ, ਇੱਕ ਇਗੈਲਿਟੇਰੀਅਨ ਸੁਸਾਇਟੀ ਦੀ ਜਿਹੜੀ ਤੁਸੀਂ ਗੱਲ ਕੀਤੀ, ਜਾਂ ਹਿਊਮਨ ਰਾਈਟਸ ਐਂਗਲ ਤੋਂ ਵੀ ਤੁਸੀਂ ਜਿਹੜਾ ਟੱਚ ਕੀਤਾ ਹੈ, ਸੋ ਆਰ ਵੀ ਬੀਇੰਗ ਏਬਲ ਟੂ ਇਨਵੋਲਵ them in all this? The answer depends on ਕਿਹੜੀ ਸਬ ਪੌਕਟ 'ਚ ਆ। ਕਈ ਸਬ ਪੌਕਟਸ ਵਿੱਚ ਉਹਨਾਂ ਨੂੰ ਕਾਫੀ ਅਵੇਅਰਨੈਸ ਹੈ, ਕਈਆਂ ਵਿੱਚ ਨਹੀਂ ਹੈ, ਬਟ ਇਹ ਇੱਕ ਓਪਰਚੁਨਿਟੀ ਹੈਗੀ। ਦਿਸ ਇਜ਼ ਵਾਈ ਜੇ ਉਹ ਮੇਲੇ ਤੋਂ ਇੱਕ ਸਿੱਖ ਆਈਡੀਅਲ ਵੱਲ ਗੱਲ ਜਾ ਰਹੀ ਹੈ, ਉਹਦੇ ਵਿੱਚ ਦੋਨੋਂ ਦਿਸ਼ਾਵਾਂ ਆ ਜਾਂਦੀਆਂ ਨੇ ਕਿ ਦੇਖੋ, ਜਿੱਥੇ ਤੱਕ ਦੀ ਵੀ ਲੈਵਲ ਦੀ ਲੋੜ ਆ ਕ੍ਰੀਏਟ ਕਰਨ ਦੀ ਅਵੇਅਰਨੈਸ, ਅਸੀਂ ਉੱਥੇ ਏਜੰਡੇ ਨੂੰ ਪੁਸ਼ ਕਰੀਏ। ਹਰ ਲੈਵਲ ਦੇ ਉੱਤੇ ਜੇ ਉਹਦੀ ਪ੍ਰੀਚਿੰਗ ਕਰਾਂਗੇ ਨਾ, that won't work. ਸਾਨੂੰ ਗੱਲ ਇਹ ਲੋੜ ਹੈਗੀ ਕਿ ਜਿਸ ਕਿਤੇ ਵੀ ਮਾਹੌਲ, ਜਿਹੜਾ ਵੀ ਮਾਹੌਲ ਸਾਡੇ ਕੋਲ ਅਵੇਲੇਬਲ ਆ, ਉੱਥੇ ਇਹ ਸਾਡੀ ਇੱਕ ਪੋਲੀਟੀਕਲ ਕੌਨਸ਼ੀਅਸਨੈਸ ਦਾ ਹਿੱਸਾ ਕਿਵੇਂ ਬਣ ਜਾਵੇ। ਤਾਂ ਭਾਵੇਂ ਉਹ ਆਫਟਰ ਡਿਨਰ ਡਿਸਕਸ਼ਨ ਆ, ਭਾਵੇਂ ਉਹ ਸਟਾਰਬਕਸ ਤੇ ਲਾਟੇ ਪੀ ਰਹੇ ਆ, ਭਾਵੇਂ ਉਹ ਗੁਰਦੁਆਰੇ ਵਿੱਚ ਬੈਠੇ ਆ, ਜਾਂ ਭਾਵੇਂ ਖਾਲਸਾ ਡੇ ਪਰੇਡ ਵਿੱਚ ਜਾ ਰਹੇ ਆ, ਭਾਵੇਂ ਉੱਥੇ ਐਨਡੀਪੀ ਵਾਲੇ ਖੜੇ ਨੇ, ਲਿਬਰਲ ਖੜੇ ਨੇ, ਕੰਜ਼ਰਵੇਟਿਵਸ ਖੜੇ ਨੇ, ਰਿਗਾਰਡਲੈਸ ਆਫ ਦਾ ਮਾਹੌਲ, ਰਿਗਾਰਡਲੈਸ ਆਫ ਦਾ ਸਰਕਮਸਟੈਂਸ, ਰਿਗਾਰਡਲੈਸ ਆਫ ਕਿ ਕਿੰਨਾ ਵਪਾਰੀਕਰਨ ਹੋ ਰਿਹਾ, ਉੱਥੇ ਅਸੀਂ ਖਾਲਸਾਈ ਟ੍ਰੈਡੀਸ਼ਨ ਦੀ ਤੇ ਖਾਲਸੇ ਮਿਸ਼ਨ ਦੀ ਗੱਲ ਕਿਵੇਂ ਕਰਨੀ ਆ, ਇਹ ਜਾਂਚ ਸਾਰਿਆਂ ਨੂੰ ਸਿੱਖਣੀ ਪੈਣੀ ਆ। ਇੰਡੀਵਿਜੂਅਲਸ ਅੱਗੇ ਆ ਰਹੇ ਨੇ, ਸੰਸਥਾਵਾਂ ਅੱਗੇ ਆ ਰਹੀਆਂ ਨੇ, ਪਰ ਉਹ ਜਿਹੜਾ ਤਾਲਮੇਲ ਹੋਣਾ ਚਾਹੀਦਾ ਸੀ, ਉਹ ਕਈ ਵਾਰੀ ਵੇਖਦੇ ਆ ਕਿ ਨਹੀਂ ਨਜ਼ਰ ਆਉਂਦਾ। ਕਿ ਜੇਕਰ ਮੈਂ ਇੱਕ ਸਟਾਲ ਲਾ ਲਿਆ ਉੱਥੇ ਤੇ ਮੈਂ ਇੱਕ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਨਾ, ਤਾਂ ਮੈਂ ਉਹਦਾ ਹੀ ਢੋਲ ਵਜਾ ਰਿਹਾ, ਬਜਾਏ ਕਿ ਮੈਂ ਉਹ ਕਲੈਕਟਿਵ ਥਾਟ ਜਿਹੜੀ ਤੁਸੀਂ ਗੱਲ ਕੀਤੀ ਸੀ। ਹੁਣ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਵੇਖ ਹੀ ਲੈਂਦੇ ਹਾਂ ਕਿ ਹਾਲ ਹੀ ਵਿੱਚ ਜਦੋਂ ਨਗਰ ਕੀਰਤਨ ਹੋਣਾ ਸੀ, ਤਾਂ ਸਿੱਖ ਰਿਸਰਚ ਇੰਸਟੀਚਿਊਟ ਨੇ ਇੱਕ ਬੜਾ ਸੋਹਣਾ ਉਪਰਾਲਾ ਕੀਤਾ ਕਿ ਇੱਕ ਸੈਮੀਨਾਰ ਦੇ ਰਾਹੀਂ ਲੋਕਾਂ ਨੂੰ ਇੰਟਰੈਕਟ ਕੀਤਾ। ਉਸ ਤੋਂ ਇਲਾਵਾ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਵੀ ਜਿਹੜਾ ਆਰਗੇਨਾਈਜ਼ ਕੀਤੀ ਗਈ ਇੱਕ ਐਗਜ਼ੀਬਿਸ਼ਨ, ਪਰ ਨਾਲ ਹੀ ਉਸੇ ਹੀ ਦਿਨ ਜਿਸ ਦਿਨ ਇਹ ਸੈਮੀਨਾਰ ਹੋਣਾ ਸੀ, ਨਾਲ ਹੀ ਇੱਕ ਪ੍ਰੋਟੈਸਟ ਵੀ ਰੱਖ ਦਿੱਤਾ ਗਿਆ। ਸੋ ਕੀ ਇਹ ਤਾਲਮੇਲ ਜਿਹੜਾ ਹੈਗਾ ਆਪਸ ਜੇ ਸਾਡਾ ਨਹੀਂ ਹੋਏਗਾ ਤੇ ਆਪਣੇ ਆਪਣੇ ਬਿਊਗਲ ਵਜਾਉਂਦੇ ਰਹਾਂਗੇ ਅਸੀਂ, ਤਾਂ ਫਿਰ ਅਗੇਨ ਕੀ ਅਸੀਂ ਕਲੈਕਟਿਵ ਉਸ ਥਾਟ ਤੱਕ ਪਹੁੰਚ ਸਕਾਂਗੇ? ਦੇਖੋ, 2 ਲੱਖ ਬੰਦਾ ਜੀ, ਕਿਸੇ ਵੀ ਇੱਕ ਪ੍ਰੋਗਰਾਮ ਤੇ 2 ਲੱਖ ਬੰਦਾ ਨਹੀਂ ਜਾ ਸਕਦਾ। ਮੈਂ ਇਹਨੂੰ ਐਜ਼ ਏ ਪੋਜ਼ਿਟਿਵ ਸਪਿਨ ਲੈਣਾ ਚਾਹੁੰਦਾ। ਐਕਚੁਅਲੀ ਪਹਿਲਾਂ ਸਾਡਾ ਦੁਕਾਨ ਤੇ ਹੁੰਦਾ ਸੀਗਾ ਕਿ ਪ੍ਰੋਗਰਾਮ ਇਨਫ ਨਹੀਂ ਹੁੰਦੇ ਸੀ। ਹੁਣ ਜੇ ਹੋ ਰਹੇ ਨੇ, ਅਸੀਂ ਉਹਨੂੰ ਐਜ਼ ਅ ਕੰਪੀਟੀਸ਼ਨ ਨਾ ਦੇਖੀਏ। ਦੇਖੋ, ਦੇਰ ਇਜ਼ ਅ ਟਾਰਗੇਟ ਆਡੀਅੰਸ ਫॉर ਈਚ ਥਿੰਗ। ਸਾਨੂੰ ਤਾਂ ਇਹ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਗੱਲ ਕਿ ਦੇਖੋ ਹੁਣ ਇੰਨੇ ਪ੍ਰੋਗਰਾਮ ਹੋ ਰਹੇ ਨੇ ਤੇ ਸਾਰਿਆਂ ਦੇ ਵਿੱਚ ਬੰਦੇ ਪਹੁੰਚ ਰਹੇ ਨੇ, ਵਿਚ ਮੀਨਸ ਕਿ ਸਾਡੀ ਜਾਗਰਤੀ ਵੱਧ ਰਹੀ ਆ। Everyone cannot join Professor Pullar's protest, and everyone is not going to understand harmony in a world of difference.
ਬਟ ਇਹ ਸਾਰੀਆਂ ਓਪਰਚੁਨਿਟੀ ਸਾਡੇ ਕੋਲ ਆ ਰਹੀਆਂ ਨੇ। ਇਹ ਸਾਡੀ ਇੱਕ ਡਿਵੈਲਪਮੈਂਟ ਦੀ ਵੀ ਨਿਸ਼ਾਨੀ ਆ ਜੀ। ਪਹਿਲਾਂ ਇਕੱਲਾ ਇੱਕ ਪਰੇਡ ਹੀ ਹੋ ਜਾਂਦੀ ਸੀ, ਜੇ ਕੋਈ ਕੰਮ ਕਰਨਾ ਹੁੰਦਾ ਸੀ ਇੱਕੋ ਕਿਸਮ ਦੇ ਕੰਮ ਹੁੰਦੇ ਸੀ। ਇਹ ਇੱਕ ਡਿਵਰਸਿਟੀ ਦੀ ਇਨਸਾਨੀ ਹੈ, ਵੀ ਫੋਰਗੇਟ ਦੇयर इज अ ਡਿਵਰਸਿਟੀ ਵਿਦਨ ਡਿਵਰਸਿਟੀ। ਸੋ ਆਈ ਲੁੱਕ ਐਟ ਇਟ ਐਜ਼ ਅ ਪੋਜ਼ਿਟਿਵ ਥਿੰਗ ਕਿ ਇਹਦੇ 'ਚ ਤਾਲਮੇਲ ਕਰਨ ਜੋਗੇ ਵੀ ਹੈਗੇ ਆ। ਕਈ ਚੀਜ਼ਾਂ ਸਰਕਮਸਟੈਂਸ਼ੀਅਲ ਹੁੰਦੀਆਂ ਨੇ, ਕਈ ਚੀਜ਼ਾਂ ਦੇ ਜਿਵੇਂ ਪ੍ਰੋਫੈਸਰ ਭੁੱਲਰ ਦਾ ਵਰਲਡ ਵਾਈਡ ਇਸ ਵੇਲੇ ਥਰਸਡੇ ਨੂੰ ਪ੍ਰੋਟੈਸਟ ਕਰਨ ਦੇ ਐਲਾਨ ਹੋ ਗਿਆ ਸੀ, ਇਸ ਕਰਕੇ ਵੀ ਹੋ ਰਹੇ ਨੇ। ਸੋ ਆਈ ਡੋਂਟ ਲੁੱਕ ਐਟ ਆਈ ਲੁੱਕ ਐਟ ਐਜ਼ ਅ ਪੋਜ਼ਿਟਿਵ ਥਿੰਗ ਕਿ ਇਹ ਚੀਜ਼ਾਂ ਕਰੀਏ। ਜਿਵੇਂ ਜਿਵੇਂ ਲੋਕੀ ਇਹ ਕੰਮ ਕਰਨਗੇ ਤਾਲਮੇਲ ਬਣਾਉਣ ਦੀ ਪੋਸਿਬਿਲਿਟੀ ਵਧੂਗੀ, ਕਿਉਂਕਿ ਜਿਹੜਾ ਬੰਦਾ ਕੰਮ ਕਰ ਰਿਹਾ ਹੁੰਦਾ ਨਾ ਉਹ ਆਪਣੇ ਲੈਵਲ ਤੇ ਵੀ ਮੈਚੁਰ ਹੋਣਾ ਸ਼ੁਰੂ ਹੁੰਦਾ। ਜਦ ਉਹਨਾਂ ਚੋਂ ਜਿਹੜਾ ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੇ ਓਪੀਨੀਅਨ ਦੇ ਡਿਸੀਜਨ ਮੇਕਰ ਮੈਚੁਰ ਹੋਣਗੇ, ਫਿਰ ਤੁਸੀਂ ਤਾਲਮੇਲ ਵੀ ਵੱਡੇ ਲੈਵਲ ਤੇ ਦੇਖ ਸਕੋਗੇ। ਬਹੁਤ ਵਧੀਆ ਜੀ। ਬਹੁਤ ਸਾਰੇ ਅਸੀਂ ਜਿਹੜੇ ਪਰਸਪੈਕਟਿਵ ਸੀ ਉਹਨਾਂ ਨੂੰ ਟੱਚ ਕੀਤਾ, ਪਰ ਨਾਲ ਅਖੀਰ ਦੇ ਵਿੱਚ ਕਿ ਹੁਣ ਸ਼ੁਰੂਆਤ ਜਿਹੜਾ ਤੁਸੀਂ ਕਿ ਇੱਕ ਜਾਗਰਤੀ ਆਣੀ ਸ਼ੁਰੂ ਹੋ ਗਈ, ਕੁਛ ਨਾ ਕੁਛ ਹਰ ਇੱਕ ਕੋਈ ਆਰਗੇਨਾਈਜੇਸ਼ਨ ਜਾਂ ਵਿਅਕਤੀ ਜਿਹੜੇ ਨੇ ਆਪਣੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਨੂੰ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਮੇਟਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੁਝ ਖਾਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਅਸੀਂ ਅਗਲੇ ਸਾਲ ਪੂਰਾ ਕਰੀਏ, ਤੇ ਨਾਲ ਆਪਣੀ ਇਨਵੋਲਵਮੈਂਟ ਨਾ ਸਿਰਫ ਆਪਣੇ ਇਸ਼ੂਜ਼ ਵਿੱਚ ਪਰ ਬਾਕੀ ਜਿੱਥੇ ਮੁਲਕ 'ਚ ਅਸੀਂ ਰਹਿ ਰਹੇ ਹਾਂ, ਪ੍ਰਾਂਤ 'ਚ ਰਹਿ ਰਹੇ ਹਾਂ, ਉਹਨਾਂ ਵਿੱਚ ਵੀ ਕਿਵੇਂ ਅਸੀਂ ਇਹ ਇਸ਼ੂਜ਼ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰੀਏ। ਨੰਬਰ 1 ਥਿੰਗ ਹੈ ਕਿ ਸਾਨੂੰ ਸਾਰਿਆਂ ਨੂੰ ਥੋੜੀ ਜਿਹੀ ਪੇਸ਼ੈਂਸ ਹੋਰ ਵਧਾ ਲੈਣੀ ਚਾਹੀਦੀ ਆ, ਕਿਉਂਕਿ ਜਦ ਕੰਮ ਸ਼ੁਰੂ ਹੁੰਦੇ ਨੇ ਥੋੜਾ ਜਿਹਾ ਤਾਂ ਖੱਪ ਵੀ ਪੈਂਦੀ ਹੈ ਜ਼ਿਆਦਾ, ਤੇ ਥੋੜਾ ਜਿਹਾ ਪਤਾ ਵੀ ਨਹੀਂ ਲੱਗਦਾ ਕਿਵੇਂ ਕਰੀਏ। ਹੁਣ ਹੋਣੇ ਸ਼ੁਰੂ ਹੋ ਗਏ ਨੇ। ਨੈਕਸਟ ਥਿੰਗ ਇਜ਼ ਕਿ ਜਦ ਅਗਲੀ ਵਿਸਾਖੀ ਆਵੇ, ਅਗਲੀ ਵਿਸਾਖੀ ਤੱਕ ਸਾਡਾ 7 ਤੋਂ 10% ਇੰਪਰੂਵਮੈਂਟ ਹੋ ਜਾਵੇ ਤਾਂ ਬਹੁਤ ਵੱਡੀ ਗੱਲ ਹੋਊ। ਇਸ ਵੇਲੇ ਈਵਨ ਇਨ ਇਕਨੋਮਿਕ ਵਰਲਡ ਵਿੱਚ, ਕਾਰਪੋਰੇਟ ਵਰਲਡ ਵਿੱਚ 7% ਰਿਟਰਨ ਬਹੁਤ ਵਧੀਆ ਮੰਨਿਆ ਜਾ ਰਿਹਾ। ਸੋ ਮੈਂ ਇਹ ਕਹਾਂਗਾ ਕਿ ਹਿਊਮਨ ਬਿਹੇਵੀਅਰ ਚੇਂਜ ਵਿੱਚ ਵੀ ਟਾਈਮ ਲੱਗਦਾ। ਗੁਰੂ ਸਾਹਿਬਾਨ ਨੇ 240 ਵਰਿਆਂ ਦੀ ਟ੍ਰੇਨਿੰਗ ਦਿੱਤੀ ਸੀ, ਫਿਰ ਖਾਲਸਾ ਪ੍ਰਗਟਾਇਆ ਸੀਗਾ। ਅਸੀਂ ਵੀ ਆਪਣੇ ਇੰਟਰਨਲ ਵਰਕਿੰਗਸ ਵਿੱਚ ਮੈਚੋਰਿਟੀ 7 to 10% ਡਿਫਰੈਂਸਿਸ ਲਿਆਉਣ ਦੀ ਕੋਸ਼ਿਸ਼ਾਂ ਕਰੀਏ। ਜਿਵੇਂ ਜਿਵੇਂ ਅਸੀਂ ਇਹ ਕੰਮ ਕਰਾਂਗੇ ਤਾਂ ਜਿਹੜਾ ਸਾਡਾ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਤੇ ਸਿੱਖ ਕੈਨੇਡੀਅਨ ਭਾਈਚਾਰਾ, ਉਹਦੇ ਵਿੱਚ ਆਪਣੀ ਹੋਂਦ ਤੇ ਆਪਣੀ ਕੰਟਰੀਬਿਊਸ਼ਨ ਵੀ ਉਸ ਤੋਂ ਬੈਟਰ ਦੇਣੀਆਂ ਦੇਣ ਜੋਣੇ ਅਸੀਂ ਕਾਮਯਾਬ ਹੋ ਸਕਦੇ ਹਾਂ। ਬਹੁਤ ਖੂਬ ਜੀ, ਇਟ ਵਾਸ ਅ ਪਲੇਜ਼ਰ ਹੈਵਿੰਗ ਯੂ। ਥੈਂਕ ਯੂ ਵੈਰੀ ਮਚ ਫॉर ਦਿਸ। ਥੈਂਕ ਯੂ ਜੀ। ਗੁਰਫਤਿਹ। ਸੋ ਅੱਜ ਜੋ ਸਰਦਾਰ ਹਰਿੰਦਰ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਹੈ ਜੀ, ਉਸ ਵਿੱਚ ਬਹੁਤ ਅਹਿਮ ਪਹਿਲੂਆਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਈ। ਅੱਜ ਸਮਾਂ ਇਹ ਮੰਗ ਕਰਦਾ ਹੈਗਾ ਕਿ ਜੋ ਕੁਝ ਅਸੀਂ ਸੈਲੀਬ੍ਰੇਸ਼ਨਸ ਕਰ ਰਹੇ ਹਾਂ ਉਸ ਵਿੱਚ ਵੱਧ ਤੋਂ ਵੱਧ ਅਸੀਂ ਪਾਰਟਿਸਿਪੇਟ ਕਰੀਏ। ਜਿੱਥੇ ਕ੍ਰਿਟਿਸਿਜ਼ਮ ਹੋ ਰਿਹਾ ਹੈ ਉਸ ਦੇ ਨਾਲ ਨਾਲ ਆਪਾਂ ਇਹ ਦੇਖੀਏ ਕਿ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ, ਕਿਉਂਕਿ ਬਦਲਾਅ ਸਾਡੇ ਤੋਂ ਸ਼ੁਰੂ ਹੋਣਾ ਹੈ। ਤੇ ਜੇਕਰ ਅਸੀਂ ਸਿਰਫ ਕ੍ਰਿਟਿਸਿਜ਼ਮ ਤੱਕ ਹੀ ਸੀਮਿਤ ਰਹਿ ਜਾਵਾਂਗੇ ਤੇ ਉਹ ਕੰਸਟਰਕਟਿਵ ਕ੍ਰਿਟਿਸਿਜ਼ਮ ਨਹੀਂ ਹੋਏਗੀ ਤਾਂ ਉਸ ਦਾ ਕੋਈ ਚੰਗਾ ਰਿਜ਼ਲਟ ਨਹੀਂ ਆਏਗਾ। ਪਰ ਜੋ ਕੁਝ ਵੀ ਹੋ ਰਿਹਾ ਹੈ ਉਸ ਵਿੱਚ ਕਿਵੇਂ ਆਪਣਾ ਯੋਗਦਾਨ ਪਾ ਕੇ ਇਸ ਨੂੰ ਹੋਰ ਕਮਜ਼ੋਰੀ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਕੇ ਅਸੀਂ ਇਹਨਾਂ ਨੂੰ ਕਾਮਯਾਬੀਆਂ ਵਿੱਚ ਬਦਲ ਸਕਨੇ ਹਾਂ, ਇਸ ਬਾਰੇ ਜ਼ਰੂਰ ਧਿਆਨ ਦੇਈਏ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤਨਾਜ਼ ਟਰੂਥ ਟਾਕ ਔਨ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ ਵੇਖੋਗੇ ਤੁਸੀਂ ਇੱਕ ਹੋਰ ਇੰਪੋਰਟੈਂਟ ਇੰਟਰਵਿਊ। ਵੇਖਦੇ ਰਹੋ ਦਾ ਹਰਪ੍ਰੀਤ ਸਿੰਘ ਸ਼ੋਅ।